ਜਦੋਂ ਸ਼ੂਗਰ ਤੁਹਾਡੀ ਸ਼ੂਗਰ ਹੁੰਦੀ ਹੈ, ਜਿਹਨੂੰ ਸ਼ੂਗਰ ਕਹਿੰਦੇ ਜੇ, ਜ਼ਿਆਬੀਤਸ ਕਿਹਾ ਨਾ ਨੇ, ਜ਼ਿਆਬੀਤਸ ਸ਼ੂਗਰ ਦਾ ਮਾਣੀ ਨਹੀਂ ਬਲਕਿ ਸ਼ੂਗਰ ਦਾ ਮਾਣੀ ਹੈ ਜਿੱਥੇ ਸ਼ੂਗਰ ਆਉਂਦੀ ਹੈ, ਉਦੋਂ ਤੁਹਾਡੇ ਲਬਲਬੇ ਦੇ ਵਿੱਚ ਗਲੈਂਡ ਦੇ ਵਿੱਚ ਤਹਿਰੀਕ ਆ ਜਾਂਦੀ ਹੈ। ਲਬਲਬੇ ਦੇ ਅਸਾਬੀ ਟਿਸ਼ੂ ਵਿੱਚ ਤਹਿਰੀਕ ਆ ਜਾਂਦੀ ਹੈ, ਜਿਗਰ ਦੇ ਅਸਾਬੀ ਟਿਸ਼ੂ ਵਿੱਚ ਤਹਿਰੀਕ ਆ ਜਾਂਦੀ ਹੈ। ਖਾ ਕਿਸੇ ਵੀ ਸਬਬ ਨਾ ਆ ਜਾਏ, ਖਾ ਉਹ ਨਫਸਿਆਤੀ ਤੌਰ 'ਤੇ ਆ ਜਾਏ, ਜਜ਼ਬਾਤ ਦੇ ਨਾਲ ਖੌਫ ਨਾ ਆ ਜਾਏ, ਟੈਨਸ਼ਨ ਨਾ ਆ ਜਾਏ, ਜ਼ਿਆਦਾ ਵਰਕ ਕਰਨ ਵਾਲਾ ਆ ਜਾਏ, ਜਾਂ ਮੌਸਮੀ ਤਗਯਰਾਤ ਦੇ ਬਿਨਾਂ 'ਤੇ ਆ ਜਾਏ। ਸਰਦੀ ਆ ਗਈ ਬਹੁਤੀ ਸਾਰੀ, ਗਰਮੀ ਸ਼ਿੱਦਤ ਦੀ ਆ ਗਈ, ਉਹਨੇ ਤੋੜ ਕੇ ਰੱਖ ਦਿੱਤਾ। ਜਾਂ ਭਾਵੇਂ ਉਹ ਮਾਦੀ ਤੌਰ 'ਤੇ ਆ ਜਾਏ, ਮਾਦੀ ਖਾਣ ਪੀਣ ਵਾਲੀਆਂ ਚੀਜ਼ਾਂ ਕਿਸ ਚੀਜ਼ ਦੇ ਡੰਗ ਮਾਰਨ ਨਾ ਆ ਜਾਏ, ਕੋਈ ਜ਼ਹਿਰ ਅਸਾਬੀ ਖਾਣ ਦੇ ਨਾਲ ਆ ਜਾਏ ਜਿਹੜੀ ਵੀ ਅਸਾਬ ਨੂੰ ਤਹਿਰੀਕ ਦੇ ਦੇ, ਭਾਵੇਂ ਉਹ ਖਿਲਤੀ ਤੌਰ ਦੇ ਉੱਤੇ ਪੈਦਾ ਹੋ ਜਾਏ ਜਿਸਮ 'ਚ ਆਪਣੀ ਮਵਾਦ ਜਮ੍ਹਾਂ ਹੋ ਕੇ। ਸਮਝਦੇ ਜੇ ਮਾਕੂਲਾਤ ਨੂੰ ਜਿਹੜਾ ਵੀ ਸਬਬ ਬਣੇ ਕਿਸੇ ਤਰ੍ਹਾਂ ਵੀ ਅਸਾਬ ਨੂੰ ਤਹਿਰੀਕ ਹੋ ਗਈ ਹੈ, ਮਰਕਜ਼ੇ ਦਿਮਾਗ ਨੂੰ ਤਹਿਰੀਕ ਹੋ ਗਈ, ਜਿਹਦਾ ਤਾਲੁਕ ਗੁਰਦੇ ਨਾਲੇ, ਗੁਰਦਿਆਂ ਨਾਲੇ, ਜਿਗਰ ਨਾਲੇ, ਲਬੇ ਨਾਲੇ ਉਹਨਾਂ ਦੀ ਤਹਿਰੀਕ ਹੋ ਗਈ, ਜਿਹੜੇ ਪਿਸ਼ਾਬ ਦੇ ਨਿਜ਼ਾਮ ਦੇ ਨਾਲ ਨੇ ਜਾਂ ਨਿਜ਼ਾਮ ਹਜ਼ਮ ਕਰਨ ਵਾਲੇ ਦੇ ਨਾਲ ਨੇ, ਉਦੋਂ ਅਸਾਬੀ ਰਤੂਬਤਾਂ ਜ਼ਿਆਦਾ ਪੈਦਾ ਹੋ ਪਈਆਂ। ਉਦੋਂ ਸਾਡੇ ਅਜ਼ਲਾਤ ਤਸਕੀਨ 'ਚੋਂ ਆ ਜਾਣੇ ਨੇ, ਗੁਦਦ ਤਹਿਲੀਲ 'ਚ ਚਲੇ ਜਾਣੇ ਨੇ। ਸਾਡਾ ਜਿਹੜਾ ਕੁਲੀਆ ਹੈ ਨਾ, ਕਾਨੂੰਨ ਮੁਫਰਜ਼ਾਤ ਦਾ, ਜਦੋਂ ਅਸਾਬ 'ਚੋਂ ਤਹਿਰੀਕ ਹੋਣੀ ਹੈ ਤੇ ਫਿਰ ਅਜ਼ਲਾਤੀ ਟਿਸ਼ੂ ਜਿਹੜੇ ਨੇ, ਅਜ਼ਲਾਤ ਜਿਹੜੇ ਨੇ ਸਕੂਨ 'ਚੋਂ ਆ ਜਾਣੇ ਨੇ, ਗੁਦਦ ਤਹਿਲੀਲ 'ਚ ਚਲੇ ਜਾਣੇ ਨੇ। ਜਦੋਂ ਲਬਲਬੇ ਦੇ ਅਸਾਬੀ ਟਿਸ਼ੂ ਦੇ ਵਿੱਚ ਤਹਿਰੀਕ ਹੁੰਦੀ ਹੈ, ਉੱਥੇ ਗੁੱਦੀ ਟਿਸ਼ੂ ਜਿਹੜੇ ਨੇ ਉਹਨਾਂ ਨੇ ਜ਼ੋਫ 'ਚ ਚਲੇ ਜਾਣਾ ਨੇ, ਅਜ਼ਲਾਤੀ ਟਿਸ਼ੂ ਤਸਕੀਨ 'ਚ ਚਲੇ ਜਾਣੇ। ਜਦੋਂ ਤਸਕੀਨ 'ਚ ਗਏ ਤਾਂ ਉੱਥੇ ਜਿਹੜੀ ਇਨਸੂਲਿਨ ਪੈਦਾ ਕਰਨੀ ਜਾਂ ਉਹ ਖਾਮਰਾ ਪੈਦਾ ਕਰਨਾ ਹੋਵੇਗਾ, ਅਜ਼ਲਾਤੀ ਖਾਮਰਾ ਜਿਹਨੇ ਅੱਗੇ ਗਿਜ਼ਾ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਨੇ ਗਿਆ, ਉਹ ਪੈਦਾ ਨਹੀਂ ਹੋਣਾ ਕਿਉਂਕਿ ਸਕੂਨ 'ਚ ਆ ਗਏ। ਬਿਲਕੁਲ ਮਾਮੂਲੀ ਜਾਂ ਬਿਲਕੁਲ ਤਾਂ ਬੰਦ ਨਹੀਂ ਹੁੰਦਾ, ਅਗਰ ਬੰਦ ਹੋ ਜਾਏ ਤਾਂ ਫਿਰ ਕੰਮ ਬਹੁਤਾ ਹੀ ਖਰਾਬ ਹੋ ਜਾਏ। ਜਿਹੜੀ ਉਹਦੀ ਮਿਕਦਾਰ ਕੰਮ ਹੋਈ, ਸਕੂਨ 'ਚ ਆ ਗਿਆ ਅਤੇ ਗੁਦਦ ਜਿਹੜੇ ਉਹ ਤਹਿਲੀਲ ਹੋਣ ਲੱਗ ਪਏ ਨੇ, ਉਹ ਆਪਣੀਆਂ ਰਤੂਬਤਾਂ ਨੂੰ ਪ੍ਰੋਸੈਸ ਹੀ ਨਹੀਂ ਕਰ ਪਾਉਂਦੇ। ਜਿਗਰ ਦੇ ਵਿੱਚ ਉਦੋਂ ਹੀ ਤਹਿਰੀਕ ਜਿਹੜੀ ਉਹ ਜਿਗਰ ਦੇ ਵਿੱਚ ਚਲੀ ਜਾਣੀ। ਜਿਗਰ ਦੇ ਅਸਾਬ ਨੇ ਜਦੋਂ ਮਰਕਜ਼ੀ ਅਸਾਬ ਜਿਹੜੇ ਨੇ ਉਹਦੇ ਉਹਨਾਂ ਦੀ ਤਹਿਰੀਕ ਹੋਣੀ, ਅਤੇ ਗੁਦਦ ਨੇ ਜਿਗਰ ਦੇ ਖੁਦ ਗੁੱਦੀ ਟਿਸ਼ੂ ਜਿਹੜੇ ਉਹਨਾਂ ਨੇ ਜ਼ੋਰ 'ਚ ਚਲੇ ਜਾਣਾ। ਉਹਨਾਂ ਜਿਹੜਾ ਜਿਗਰ ਦਾ ਆਪਣਾ ਕੰਮ ਹੈ ਗਲੂਕੋਜ਼ ਨੂੰ ਗਲਾਈਕੋਜਨ 'ਚ ਬਦਲਣਾ, ਗਲਾਈਕੋਜਨ ਨੂੰ ਗਲੂਕੋਜ਼ 'ਚ ਬਦਲਣਾ, ਫਿਰ ਉਹਨੂੰ ਸਟੋਰ ਕਰਨਾ। ਉਹ ਸਟੋਰ ਹੋ ਹੀ ਨਹੀਂ ਸਕਣਾ ਕਿਉਂਕਿ ਤਹਿਲੀਲ 'ਚ ਜਾ ਵੜੇ ਨੇ। ਲਿਹਾਜ਼ਾ ਉਹਨਾਂ ਆਪਣਾ ਕੰਮ ਪੂਰਾ ਨਹੀਂ ਕਰ ਪਾਉਣਾ। ਗਿਜ਼ਾ ਕੱਚੀ ਦੀ ਕੱਚੀ ਅੱਗੇ ਪ੍ਰੋਸੈਸ ਜਾਣਾ ਅਤੇ ਉਹਨੇ ਫਿਰ ਖੂਨ ਦੇ ਵਿੱਚ ਰਲੀ ਹੋਣਾ। ਉਹਨੇ ਜਦੋਂ ਖੂਨ 'ਚ ਰਲੀ ਤਾਂ ਉਹਨੇ ਸਾਰੇ ਟਿਸ਼ੂ ਜਿੰਨੇ ਉਹਨਾਂ ਸਾਰੇ ਅਸਾਬ ਨੂੰ ਤਹਿਰੀਕ ਦਿੰਦੀ ਰਹਿਣਾ। ਜਦੋਂ ਤਹਿਰੀਕ ਅਸਾਬੀ ਤਹਿਰੀਕ ਵੱਧਦੀ ਰਹਿਣੀ ਤਾਂ ਫਿਰ ਕੀ ਹੋਣਾ? ਪਿਸ਼ਾਬ ਨੇ ਜ਼ਿਆਦਾ ਹੋਣਾ। ਜਦੋਂ ਪਿਸ਼ਾਬ ਜ਼ਿਆਦਾ ਹੋਣਾ ਉਹਦੀ ਸ਼ੂਗਰ ਵੀ ਨਾਲ ਖਾਰਿਜ ਹੋਣੀ। ਇਹ ਹੈਗੀ ਉਹ ਹਕੀਕੀ ਸ਼ੂਗਰ ਜਿਹੜੀ। ਜਦੋਂ ਜਿਗਰ ਦੇ ਵਿੱਚ ਖਰਾਬੀ ਆ ਜਾਂਦੀ, ਲਬਲਬ ਵਿੱਚੋਂ ਖਰਾਬੀ ਆ ਜਾਂਦੀ। ਸੁਣਦੇ ਨਾ ਜੀ? ਜਦੋਂ ਸਿਰਫ ਗੁਰਦੇ ਦੇ ਟਿਸ਼ੂ ਵਿੱਚ ਅਸਾਬੀ ਜੋ ਹੁੰਦੀ, ਇਕੱਲੇ ਗੁਰਦੇ ਦੇ ਜਾਂ ਮਸਾਨੇ ਦੇ, ਫਿਰ ਪਿਸ਼ਾਬ ਜ਼ਿਆਦਾ ਆਉਂਦਾ, ਸ਼ੂਗਰ ਨਹੀਂ ਆਇਆ ਕਰਦੀ। ਉਹ ਗੈਰ ਸ਼ੱਕਰੀ ਸ਼ੂਗਰ। ਜੇ ਉਹਦਾ ਇਲਾਜ ਨਾ ਕੀਤਾ ਜਾਏ ਤੇ ਹੈ ਤੇ ਅਸਾਬੀ ਟਿਸ਼ੂ ਨੂੰ ਤਹਿਰੀਕ, ਉਹਨਾਂ ਫਿਰ ਪਿਛਲੇ ਮੁਤਾਸਰ ਕਰ ਦੇਣੀ। ਜਦੋਂ ਅਸਾਬੀਅਤ ਵੱਧਦੀ ਪਈ ਹੈ ਤਾਂ ਤਹਿਰੀਕ ਦੇਗੀ ਨਾ। ਮੈਂ ਤੁਹਾਡੇ ਉਸ ਕਾਨੂੰਨ ਮੁਫਰਜ਼ਾਤ ਦਾ ਅਸੂਲ ਸਮਝਾਉਣਾ ਪਿਆ ਮਗਰ। ਜਦੋਂ ਅਸਾਬੀਅਤ ਵਧੀ, ਕਿਸੇ ਵੀ ਸਬਬ ਨਾਲ ਵੱਧ ਗਈ, ਉਹ ਭਾਵੇਂ ਕਾਰਬੋਹਾਈਡਰੇਟ ਖਾਣ ਦੇ, ਤੁਹਾਡੇ ਪੀਜ਼ੇ ਸ਼ੀਜ਼ੇ ਖਾਣ ਨਾਲ ਵੱਧ ਗਈ, ਭਾਵੇਂ ਖੌਫ ਨਾਲ ਕੋਈ ਸੋਚਾਂ ਨਾ ਇਹੋ ਜਿਹਾ ਹੋ ਗਈ, ਭਾਵੇਂ ਜ਼ਿਆਦਾ ਤੁਸੀਂ ਮੀਆਂ ਬੀਵੀ ਵਾਲੇ ਤਾਲੁਕਾਤ ਕਾਇਮ ਕਰ ਰਹੇ ਉਹਦੇ ਨਾਲ ਵੱਧ ਗਈ, ਭਾਵੇਂ ਉਹ ਕਾਰਟੀਸੂਰ ਵਾਲੀਆਂ ਚੀਜ਼ਾਂ ਖਾ ਲਈਆਂ ਜਿਹਦੇ ਨੇ ਉਹਨੇ ਵਧਾ ਦਿੱਤਾ। ਕੋਈ ਵੀ ਸਬਬ ਆ ਗਏ, ਸਬਬ ਢੇਰ ਨੇ ਸਾਰੇ ਨੇ। ਇੱਕ ਸਬਬ ਦੋ ਸਬਬ ਬਿਆਨ ਕੀਤੇ ਨਾ, ਢੇਰਾਂ ਦੇ ਸਬਬ। ਉਹਨੂੰ ਅਸਬਾਬ ਸਿੱਤਾ ਜ਼ਰੂਰੀਆ ਦੇ ਵਿੱਚ ਲਿਆ, ਜ਼ਰੂਰੀ ਅਸਬਾਬ ਜਿਹੜੇ ਉਹਦੇ 'ਚ ਕੋਈ ਵੀ ਹੋ ਸਕਦਾ, ਕਿੰਨਾ ਹੀ ਹੈ।
ਮੈਂ ਤੁਹਾਡੇ ਕੋਲ 3 ਬਿਆਨ ਕਰ ਦਿੱਤੇ ਨੇ, ਨਫਸੀਆਤੀ, ਕੈਫੀਆਤੀ ਔਰ ਮਾਦੀ। ਉਹਦੇ ਵਿੱਚ ਸਾਰੇ ਤੁਸੀਂ ਕਵਰ ਕਰੋ, ਜਿੰਨੇ ਵੀ ਜ਼ਹਿਰ ਵੀ ਆ ਸਕਦੇ, ਡੰਗ ਵੀ ਆ ਸਕਦਾ, ਮੱਛਰ ਦਾ ਵੀ ਆ ਸਕਦਾ, ਦੂਸਰਾ ਵੀ ਆ ਸਕਦਾ, ਤੀਸਰਾ ਵੀ ਆ ਸਕਦਾ। ਖਾਣ ਪੀਣ ਦੇ ਵਿੱਚ ਕਿੰਨੀਆਂ ਅੱਲਾ ਦੀਆਂ ਨਿਯਮਤਾਂ ਨੇਗੀਆਂ। ਨਫਸੀਆਤ ਸਾਡੇ ਕਿੰਨੇ ਨੇਗੇ, ਮੌਸਮ ਦੇ ਤਗੱਯਰਾਤ ਕਿੰਨੇ ਨੇਗੇ, ਮਾਹੌਲ ਦੇ ਲਿਹਾਜ਼ ਨਾਲ ਵੀ, ਕਿਤੇ ਪਾਣੀ ਵਾਲਾ ਹੈ, ਕਿਤੇ ਪਹਾੜੀ ਹੈ, ਕਿਤੇ ਮੈਦਾਨੀ ਹੈ, ਕਿਤੇ ਕਿਸ ਤਰ੍ਹਾਂ ਦਾ। ਇਹ ਸਾਰੇ ਅਸਰ, ਕੋਈ ਵੀ ਸਬਬ ਹੋ ਸਕਦਾ, ਟੈਨਸ਼ਨ ਹੋ ਸਕਦੀ ਸਾਡੇ ਕੋਲ ਮਸਾਇਲ ਨਹੀਂ ਹੱਲ ਹੁੰਦੇ। ਹਰ ਵੇਲੇ ਸੋਚ ਕੇ ਤੁਹਾਡਾ ਤਹਿਲੀਲ ਵੀ ਹੋ ਜਾਂਦਾ ਜਿਸ, ਯਾਨੀ ਕਿ ਅਸਾਬੀ ਟਿਸ਼ੂ ਦੇ ਵਿੱਚ ਤਹਿਰੀਕ ਹੋਣ ਦੇ ਨਾਲ ਜਿਗਰ ਦੇ ਵਿੱਚ ਲਬਲਬੇ ਦੇ ਅਸਾਬੀ ਟਿਸ਼ੂ 'ਚ ਹੋਈ ਤੇ ਤੁਹਾਡੀ ਹਕੀਕੀ ਸ਼ੂਗਰ ਹੈ। ਉਹਦਾ ਇਲਾਜ ਅਸੀਂ ਅਜ਼ਲਾਤੀ ਸਾਬੀ ਤੇ ਅਜ਼ਲਾਤੀ ਗੁੱਦੀ ਨਾਲ ਕਰਨੇ ਇਸ ਮਦਦ 'ਤੇ। ਗਿਜ਼ਾਵਾਂ ਵੀ ਅਸੀਂ ਉਹ ਦਿੰਦੇ ਹਾਂ, ਭਾਵੇਂ ਆਮਲੇ ਦੇ ਦਈਏ ਤੇ ਭਾਵੇਂ ਚਣੇ ਦੇ ਦਈਏ, ਭਾਵੇਂ ਭੁਜਿਆ ਤਲਿਆ ਗੋਸ਼ਤ ਦੇ ਦਈਏ ਤੇ ਭਾਵੇਂ ਦੀਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਨਾਲ ਟੈਲੀ ਕਰਦੀਆਂ ਅਸੀਂ ਦੇ ਦਿੰਦੇ। ਅਸੀਂ ਕਲੇਜੀ ਉਹ ਵੀ ਦਿੰਦੇ, ਗੁਰਦੇ ਬਜ਼ਾ ਤੇ ਖੁਦ ਵੀ ਦਿੰਦੇ। ਤੇ ਜਦੋਂ ਲਬਲਬੇ ਦੇ ਜਾਂ ਗੁਰਦੇ ਦੇ ਅਜ਼ਲਾਤੀ ਟਿਸ਼ੂ 'ਚ ਸੋਜ਼ਸ਼ ਆਉਂਦੀ ਜਾਂ ਤਹਿਰੀਕ ਹੁੰਦੀ ਹੈ ਤੇ ਪਿਸ਼ਾਬ ਬੰਦ ਹੋ ਪੈਂਦਾ ਹੈ। ਜਦੋਂ ਗੁੱਦੀ ਟਿਸ਼ੂ 'ਚ ਆਉਂਦੀ ਹੈ ਤੇ ਪਿਸ਼ਾਬ ਤੁਹਾਡਾ ਜਲਣ ਨਾਲ ਤੇ ਘੱਟ ਆਉਣ ਲੱਗ ਪੈਂਦਾ। ਇਸ ਤਰ੍ਹਾਂ ਹੀ ਜਦੋਂ ਤੁਹਾਡੇ ਲਬਲਬੇ ਦੇ ਗੁੱਦੀ ਟਿਸ਼ੂ ਦੇ ਵਿੱਚ ਤਹਿਰੀਕ ਆਉਂਦੀ ਹੈ, ਤੁਹਾਡੀ ਸ਼ੂਗਰ ਨੰਬਰ 2 ਆਉਂਦੀ ਹੈ। ਹੁੰਦਾ ਬੰਦਾ ਗੁੱਦੀ ਹੈ, ਪਿਸ਼ਾਬ ਉਹਦਾ ਪੀਲਾ, ਆਪਣਾ ਪੀਲੇ ਦੇ ਨਾਲ ਸਬਜ਼ੀ ਮੈਲ ਹੋ ਪੈਂਦਾ, ਉਹਦੇ ਪਿੱਤੇ 'ਚ ਪੱਥਰੀ ਵੀ ਆ ਪੈਂਦੀ, ਗੁਰਦੇ 'ਚ ਵੀ ਹੋ ਸਕਦੀ, ਪਿੱਤੇ 'ਚ ਤਾਂ ਪੱਥਰੀ ਆ ਹੀ ਪੈਂਦੀ। ਜਦੋਂ ਉਹਦੇ ਅਦਲਾਤੀ ਟਿਸ਼ੂ 'ਚ ਹੁੰਦੀ ਹੈ ਲਬਲਬੇ ਦੇ, ਤੇ ਫਿਰ ਸ਼ੂਗਰ ਕਮ ਹੋ ਜਾਂਦੀ ਹੈ, ਜਿੰਨੀ ਚਾਹੀਦੀ ਉਹਦੇ ਤੋਂ ਵੀ ਕਮ ਹੋ ਜਾਂਦੀ ਹੈ। ਸਮਝਦੇ ਪਏ ਨਾ, ਇੰਨੀ ਇਨਸੂਲਿਨ ਪੈਦਾ ਹੁੰਦੀ ਹੈ, ਸਾਰਾ ਕੁਝ ਕਮੀ ਹੋ ਪੈਂਦੀ। ਇਹ ਮੈਂ ਤਿੰਨੇ ਮਤਲਬ ਤੁਹਾਨੂੰ ਕੈਫੀਅਤਾਂ ਦੱਸੀਆਂ ਨੇ। ਇਸ ਤਰ੍ਹਾਂ ਦੂਸਰੇ ਵਿੱਚ ਵੀ ਗੁਰਦੇ ਦੇ ਵਿੱਚ ਜਦੋਂ ਹੋ ਜਾਂਦੀ ਹੈ ਅਜ਼ਲਾਤੀ ਟਿਸ਼ੂ 'ਚ ਪਿਸ਼ਾਬ ਬੰਦ, ਅਸਾਬੀ ਟਿਸ਼ੂ 'ਚ ਜੋ ਤਹਿਰੀਕ ਹੁੰਦੀ ਤੇ ਪਿਸ਼ਾਬ 13 ਦੇ ਹਿਸਾਬ ਨਾਲ ਅਸਾਬ ਤੇ ਅਜ਼ਲਾਤੀ, ਅੱਛਾ ਜੀ, ਤੇ ਗੁੱਦੀ 'ਚ ਹੁੰਦੀ ਤੇ ਜਲ ਕੇ ਆਉਂਦਾ। ਜਿਗਰ ਦੇ ਵੀ ਇਸ ਤਰ੍ਹਾਂ ਹੀ ਅਸਾਬੀ 'ਚ ਹੋ ਜਾਏ ਤੇ ਫਿਰ ਗਜ਼ਾ ਕੱਚੀ ਰਹਿ ਪੈਣੀ, ਉਹਨੇ ਤਹਿਲੀਲ ਆ ਪੈਣੀ, ਉਹਨੇ ਆਪਣੀ ਉਹ ਬਦਨ ਦਾ ਪ੍ਰੋਸੈਸ ਜਿਹੜਾ ਤੁਹਾਨੂੰ ਦੱਸਿਆ ਗਲੂਕੋਜ਼ ਨੂੰ, ਫਿਰ ਉਹ ਸਟੋਰ ਵੀ ਕਰਦਾ, ਸਟੋਰ ਵੀ ਨਹੀਂ ਕਰ ਸਕਣਾ ਜਿਹੜੀ ਫਾਲਤੂ ਸ਼ੂਗਰ ਹੁੰਦੀ ਹੈ। ਉਹਦਾ ਪ੍ਰੋਸੈਸ ਮੈਂ ਇਸ ਵਾਸਤੇ ਮੁਖਤਸਰ ਦੱਸਣਾ ਵਾਂਗਾ ਕਿ ਤੁਹਾਨੂੰ ਉਹ ਸਾਰਾ ਪਹਿਲੇ ਪਤਾ ਹੈ, ਬਿਆਨ ਕੀਤਾ ਤੁਸੀਂ ਬਿਆਨ